5%, 1.4%, 1.6%, it's almost nothing. ਤੇ ਉਹ ਰੇਟ ਆਫ ਇੰਟਰਸਟ ਨਾਲ ਲੋਕਾਂ ਦੀ ਜਿਹੜੀ ਪੇਇੰਗ ਕਪੈਸਿਟੀ ਆ ਬਣੀ ਹੈ, ਐਕੁਇਟੀ ਬਾਹਰ ਨਿਕਲੀ ਹੈ, ਉਹ ਐਕੁਇਟੀ ਨੂੰ ਉਹ ਫਿਰ ਅੱਗੇ ਯੂਜ਼ ਕਰ ਰਹੇ ਹੈਗੇ ਆ। ਪਲੱਸ ਜਿਹੜੀ ਸਬਸਿਡੀਜ਼ ਹੈਗੀਆਂ, ਰੈਂਟਲ ਸਬਸਿਡੀਜ਼ ਹੈ, ਜਿਹੜੇ ਵੇਜਿਸ ਲੋਕਾਂ ਨੂੰ ਗਵਰਨਮੈਂਟ ਵੱਲੋਂ ਜਿਹੜੇ ਆਪਣੇ ਮਿਲੇ ਹੈਗੇ ਆ, ਉਹ ਸਾਰਾ ਇਟਸ ਕੰਬੀਨੇਸ਼ਨ ਆਫ ਆਲ ਦਾ ਫੈਕਟਰਸ ਤੇ ਫਿਰ ਜਿਹੜੇ ਮਾਰਕੀਟ ਸਾਰੀ ਚੀਜ਼ਾਂ ਜਿਹੜੀ ਹੈਗੀਆਂ ਮਾਰਕੀਟ ਨੂੰ ਡਰਾਈਵ ਕਰ ਰਹੀਆਂ ਹੈਗੀਆਂ ਅੱਜ ਦੀ ਡੇਟ 'ਚ। ਫੈਡਰਲ ਹਾਊਸਿੰਗ ਏਜੰਸੀ CMHC ਦਾ ਕਹਿਣਾ ਹੈ ਕਿ ਪੈਂਡੈਮਿਕ ਦੀ ਸ਼ੁਰੂਆਤ ਵਿੱਚ ਪਾਬੰਦੀਆਂ, ਲਾਕਡਾਊਨ ਦੇ ਇਕਦਾਮਾਂ ਵਿੱਚ ਤਬਦੀਲੀਆਂ, ਸਰਕਾਰ ਦੇ ਰਿਲੀਫ ਪ੍ਰੋਗਰਾਮਸ ਅਤੇ ਘਰਾਂ ਦੀ ਮੰਗ ਨੂੰ ਰੋਕਣ ਦੇ ਨਤੀਜੇ ਵਿੱਚ ਵੱਡੇ ਸ਼ਹਿਰਾਂ ਜਿਵੇਂ ਵੈਨਕੂਵਰ, ਟੋਰਾਂਟੋ, ਮੌਂਟਰੀਅਲ, ਓਟਵਾ, ਕੈਲਗਰੀ ਅਤੇ ਐਡਮਿੰਟਨ ਵਿੱਚ ਉਮੀਦ ਤੋਂ ਵੱਧ ਕੇ ਘਰਾਂ ਦੀ ਵਿਕਰੀ ਅਤੇ ਕੀਮਤਾਂ ਪਿਛਲੇ ਸਾਲ ਵਧੀਆਂ। ਸਾਲ 2020 ਦੇ ਦੂਜੇ ਕੁਆਰਟਰ ਵਿੱਚ ਘਰਾਂ ਦੀ ਕੀਮਤਾਂ ਅਤੇ ਸੇਲਜ਼ ਵਿੱਚ ਵਾਜ਼ਿਹ ਕਮੀ ਵੇਖੀ ਗਈ ਸੀ, ਲੇਕਿਨ ਤੀਜੇ ਕੁਆਰਟਰ ਦੇ ਅਖੀਰ ਤੱਕ ਕੀਮਤਾਂ ਅਤੇ ਸੇਲਜ਼ ਪੈਂਡੈਮਿਕ ਤੋਂ ਪਹਿਲਾਂ ਦੇ ਲੈਵਲਸ ਤੋਂ ਵੀ ਉੱਤੇ ਚਲੀ ਗਈਆਂ। There was quite a lot of pent-up demand from the second quarter. People couldn't go out and buy. So there's a bit of a lag from that. But it seems that what is happening now is a lot of higher income households are able to continue to work from home, for example. They have fewer costs like going on holiday. And so they're perfectly willing to go out and buy a home, upgrade their home, and to do so supported by low interest rates. ਕਿ 2020 ਦੇ ਵਿੱਚ ਟੋਟਲ ਸੋਲਡ ਹੋਏ ਸੀਗੇ ਜੀ 1195, 2021 'ਚ ਜਿਹੜੇ ਸੋਲਡ ਹੋਏ 2367 ਇਨ ਫੈਬਰਰੀ, ਜਿਹੜਾ 198% ਨੰਬਰ ਆਫ ਸੇਲਸ ਜਿਹੜੀ ਸੀ, ਆਲਮੋਸਟ ਡਬਲ ਜਿਹੜੀ ਪ੍ਰੋਪਰਟੀਜ਼ ਹੈ ਸੋਲਡ ਹੋਈਆਂ ਫਰੇਜ਼ਰ ਵੈਲੀ ਬੋਰਡ 'ਚ। ਅਗਰ ਅਸੀਂ ਇਹਨੂੰ ਲਾਸਟ ਮੰਥ ਨਾਲ ਹੀ ਜਨਵਰੀ ਵਰਸਿਸ ਫੈਬਰਰੀ ਕੰਪੇਅਰ ਕਰੀਏ, ਜਨਵਰੀ 'ਚ ਟੋਟਲ 1303 ਪ੍ਰੋਪਰਟੀਆਂ ਸੋਲਡ ਹੋਈਆਂ ਸੀ ਫਰੇਜ਼ਰ ਵੈਲੀ 'ਚ, ਤੇ ਹੁਣ ਜਿਹੜੀ 2367 ਪ੍ਰੋਪਰਟੀ ਸੋਲਡ ਹੋਈਆਂ ਐਜ਼ ਔਨ ਡੇਟ ਇਨ ਫਰਵਰੀ 21, ਜਿਹਨੂੰ ਦੇਖਦੇ ਆ 181% ਗਰੋਥ ਹੈਗੀ ਹੈ ਲਾਸਟ ਮੰਥ ਨਾਲੋਂ। ਇਹ ਸਿਰਫ ਜਿਹੜੇ ਫਰੇਜ਼ਰ ਵੈਲੀ ਦੇ ਸਟੈਟਸ ਹੈਗੇ ਆ, ਔਰ ਇਸ ਦੇ ਨਾਲ ਬੜੀ ਸਾਰੀ ਪ੍ਰਾਈਵੇਟ ਡੀਲਸ ਵੀ ਚੱਲ ਰਹੀਆਂ ਹੁੰਦੀਆਂ ਹੈ ਪੈਰਲਲੀ, ਜਿਹੜੀ ਕਿ ਹਲੇ ਰੈਕਡ 'ਚ ਆਉਂਦੀਆਂ ਹੀ ਨਹੀਂ ਹੈ। ਆਮ ਤੌਰ ਤੇ ਮਾਰਕੀਟਸ ਦੀ ਗਰੋਥ ਇਕਨੋਮਿਕ ਗਰੋਥ ਨਾਲ ਜੁੜੀ ਹੁੰਦੀ ਹੈ, ਲੇਕਿਨ ਪਿਛਲੇ ਸਾਲ ਇਕਨੋਮਿਕ ਗਰੋਥ ਘੱਟ ਹੋਣ ਦੇ ਬਾਵਜੂਦ ਰੀਅਲ ਸਟੇਟ ਮਾਰਕੀਟ ਦੀ ਗਰੋਥ ਖਾਸੀ ਵਧੀ ਅਤੇ ਵਧਦੀ ਹੀ ਜਾ ਰਹੀ ਹੈ, ਜੋ ਗੈਰ ਮਾਮੂਲੀ ਹੈ। ਹੁਣ ਇਸ ਸਾਲ ਦੀ ਜੋ ਇਕਨੋਮਿਕ ਗਰੋਥ ਫੋਰਕਾਸਟ ਕੀਤੀ ਗਈ ਹੈ ਉਹ 4.2% ਹੈ ਅਤੇ ਅਗਲੇ ਸਾਲ 2022 ਵਿੱਚ ਇਹ 4.5% ਹੋਏਗੀ। ਫਿਰ 2023 ਵਿੱਚ ਇਹ ਘਟ ਕੇ 3% ਤੋਂ ਵੀ ਥੱਲੇ ਆ ਸਕਦੀ ਹੈ। ਇਸ ਸਾਰੀ ਸੂਰਤ-ਹਾਲ ਵਿੱਚ ਰੀਅਲ ਸਟੇਟ ਮਾਰਕੀਟ ਦਾ ਟ੍ਰੈਂਡ ਕੀ ਹੋਏਗਾ? This year into next year, we expect the economy to recover, but perhaps the housing market not to go as rapidly as in 2020. We expect the momentum to continue into 2021, but not really at the same pace. ਨਹੀਂ, ਇਕਨੋਮੀ ਸਾਡੀ ਗਰੋ ਨਹੀਂ ਕੀਤੀ ਜਿੰਨੀ ਰੀਅਲ ਸਟੇਟ ਮਾਰਕੀਟ 6 ਮਹੀਨਿਆਂ 'ਚ ਗਰੋ ਕਰ ਗਈ। ਠੀਕ ਹੈ ਜੀ, ਉਹ ਕੀ ਚੀਜ਼ ਹੈ, ਉਹ ਸਾਰਾ ਕੁਝ ਸੈਂਟੀਮੈਂਟਸ ਦੇ ਨਾਲ ਹੀ ਅੱਗੇ ਚੱਲਿਆ ਹੈਗਾ। ਹੁਣ ਅੱਗੇ ਜਿਹੜਾ ਹੈਗਾ, ਕਿਆ ਇਸੀ ਸਪੀਡ ਤੇ ਹੀ ਗਰੋਥ ਰਹੇਗੀ, ਕਿਆ ਕੁਝ ਸਲੋ ਡਾਊਨ ਹੋਏਗਾ, ਇਹ ਤਾਂ ਜੀ ਟਾਈਮ ਨਾਲ ਹੀ ਪਤਾ ਚੱਲੇਗਾ। ਲੰਮੇ ਅਰਸੇ ਤੋਂ ਲੋ ਅਤੇ ਮਿਡਲ ਇਨਕਮ ਗਰੁੱਪਸ ਦੇ ਲੋਕਾਂ ਦਾ ਘਰ ਖਰੀਦਣ ਦਾ ਸੁਪਨਾ ਹੈ। ਉਹ ਇਸ ਇੰਤਜ਼ਾਰ ਵਿੱਚ ਹੀ ਹਨ ਕਿ ਕਦ ਕੀਮਤਾਂ ਕੁਝ ਥੱਲੇ ਆਣਗੀਆਂ ਅਤੇ ਕਦ ਉਹ ਆਪਣਾ ਘਰ ਖਰੀਦਣਗੇ। ਲੇਕਿਨ ਫਿਲਹਾਲ ਜੋ ਮਾਰਕੀਟ ਦੀ ਸੂਰਤ-ਹਾਲ ਹੈ ਉਸ ਨੂੰ ਵੇਖਦਿਆਂ ਹੋਏ ਕਿ ਕਦੀ ਇਹਨਾਂ ਲੋਕਾਂ ਦਾ ਸੁਪਨਾ ਪੂਰਾ ਹੋਏਗਾ। Particular challenge in Vancouver and the Lower Mainland, so that's why we at CMHC are really concentrating on trying to improve affordability for everyone. But certainly it's a strong challenge, but I think, you know, as more construction comes along, more rental construction, more affordable housing, then we can only hope that prices start to moderate. ਨਵੇਂ ਬਾਇਰ ਵਾਸਤੇ ਇਹੀ ਚੀਜ਼ ਹੈਗੀ ਹੈ ਕਿ ਜਾਂ ਤਾਂ ਤੁਸੀਂ ਕੋਈ ਵੀ ਤੁਹਾਡੇ ਵਿਦਿਨ ਏ ਬਜਟ ਕੁਛ ਵੀ ਆਈਦਰ ਇਟਸ ਅਪਾਰਟਮੈਂਟ ਔਰ ਕੋਈ ਟਾਊਨ ਹਾਊਸ, ਅਗਰ ਜੋ ਤੁਹਾਡੀ ਰੇਂਜ ਹੈ ਉਸ ਦੇ ਵਿੱਚ ਅਗਰ ਆਂਦਾ ਹੈ ਤੇ ਆਪਾਂ ਉਹਨੂੰ ਸਿਕਿਉਰ ਕਰੀਏ ਪਹਿਲੇ। ਅਦਰਵਾਈਜ਼ ਆਪਾਂ ਨੂੰ ਜਿਹੜੇ ਹੋਰ ਏਰੀਆ ਵੀ ਹੈਗੇ ਹੈ, ਜਿਹੜੇ ਹੋਰ ਸਬਨਸ ਹੈਗੇ ਹੈ, ਸਰਾਊਂਡਿੰਗ ਏਰੀਆ ਹੈ ਫਰੇਜ਼ਰ ਵੈਲੀ ਦੇ, ਹੈ ਨਾ, ਆਪਾਂ ਨੂੰ ਉਹਨਾਂ ਨੂੰ ਵੀ ਐਕਸਪਲੋਰ ਕਰਨਾ ਚਾਹੀਦਾ ਕਿ ਐਟਲੀਸਟ ਸਾਡਾ ਕੋਈ ਘਰ, ਚਾਹੇ ਜ਼ਰੂਰੀ ਨਹੀਂ ਹੈ ਕਿ ਉਹ ਵੈਨਕੂਵਰ ਹੀ ਹੋਏ, ਜ਼ਰੂਰੀ ਨਹੀਂ ਹੈ ਕਿ ਉਹ ਸਰੀ ਹੀ ਹੋਏ, ਕਿੱਥੇ ਵੀ ਆਸ-ਪਾਸ ਦਾ ਏਰੀਆ, ਚਾਹੇ ਆਪਾਂ ਉਹਨੂੰ ਮਿਸ਼ਨ ਵੱਲ ਚਲੀਏ, ਚਿਲਾਬੈਗ ਦੇਖ ਲਈਏ, ਹੋਪ ਦੇਖ ਲਈਏ, ਜਿੱਥੇ ਥੋੜ੍ਹੀ ਜਿਹੀ ਅੱਜ ਦੀ ਡੇਟ 'ਚ ਅਫੋਰਡੇਬਿਲਿਟੀ ਹੈਗੀ ਹੈ, ਤੇ ਉਹ ਚੀਜ਼ਾਂ ਸਾਨੂੰ ਡੈਫੀਨੇਟਲੀ ਐਕਸਪਲੋਰ ਕਰਨੀ ਚਾਹੀਦੀ ਹੈ। ਈਵਨ ਦੋ ਕਿ ਜਿਹੜੀ ਕਾਰ ਟ੍ਰੇਡਿੰਗ ਕਮੋਡਿਟੀ ਬਣੇ ਹੋਏ ਹਨ, ਇਨਵੈਸਟਰਸ ਇਹਨਾਂ ਨੂੰ ਇੱਕ ਕਮੋਡਿਟੀ ਦੀ ਤਰ੍ਹਾਂ ਖਰੀਦ ਅਤੇ ਵੇਚ ਰਹੇ ਹਨ, ਜੋ ਘਰਾਂ ਦੀਆਂ ਕੀਮਤਾਂ ਨੂੰ ਉੱਤੇ ਤੋਂ ਉੱਤੇ ਹੀ ਲਿਜਾ ਰਿਹਾ ਹੈ। ਸਰਕਾਰ ਫਸਟ ਟਾਈਮ ਹੋਮ ਬਾਇਰਸ ਦੀ ਆਸਾਨੀ ਲਈ ਕੁਝ ਕਰ ਸਕਦੀ ਹੈ?
ਫਸਟ ਟਾਈਮ ਹੋਮ ਬਾਇਰ ਔਰ ਆਈਦਰ ਯੂ ਆਰ ਬਾਇੰਗ ਪ੍ਰਿੰਸੀਪਲ ਰੈਜ਼ੀਡੈਂਸ ਤਾਂ ਤੁਹਾਡੀ ਕ੍ਰਾਈਟੇਰੀਆ ਕੁਝ ਹੋਰ ਹੋਏ। ਇਫ ਯੂ ਆਰ ਗੋਇੰਗ ਫॉर ਇਨਵੈਸਟਮੈਂਟ ਪ੍ਰੋਪਰਟੀ ਤਾਂ ਕ੍ਰਾਈਟੇਰੀਆ ਕੁਝ ਹੋਰ ਹੋਏ। ਇਫ ਯੂ ਓਨ ਮੋਰ ਦੈਨ ਵਨ ਪ੍ਰੋਪਰਟੀ ਦੈਨ ਕ੍ਰਾਈਟੇਰੀਆ 'ਚ ਥੋੜੀ ਜਿਹੀ ਚੇਂਜਿਸ ਆ ਜਾਣ। ਦੇਰ ਆਰ ਸੋ ਮੈਨੀ ਥਿੰਗਸ। ਤੁਸੀਂ ਉਹਨਾਂ ਨੂੰ ਐਕਸਪਲੋਰ ਕਰਕੇ ਉਸਦੇ ਪ੍ਰੋਜ਼ ਐਂਡ ਕੌਨਸ ਸਾਰੇ ਕੁਝ ਦੇਖ ਕੇ ਇੱਕ ਬੈਲੈਂਸ ਜਿਹਾ ਬਣਾ ਕੇ ਚੱਲੀਏ। हारून गफार, ओमनी न्यूज़, सरी।